ਸਵਾਗਤ ਹੈ ਜੀ ਪ੍ਰਾਈਮ ਏਸ਼ੀਆ ਟੀਵੀ ਦੇ ਸਾਡੇ ਸਾਰੇ ਪਰਿਵਾਰ ਦਾ ਤੇ ਪ੍ਰਾਈਮ ਟਾਕ ਲੈ ਕੇ ਇੱਕ ਵਾਰ ਫਿਰ ਤੋਂ ਮੈਂ ਜਗਸੀਰ ਹਾਜ਼ਰ ਹਾਂ ਤੁਹਾਡੀ ਕਚਹਿਰੀ ਦੇ ਵਿੱਚ। ਪ੍ਰੋਗਰਾਮ ਪ੍ਰਾਈਮ ਟਾਕ ਦੇ ਵਿੱਚ ਸਾਡੀ ਹਮੇਸ਼ਾ ਹੀ ਇਹ ਕੋਸ਼ਿਸ਼ ਹੁੰਦੀ ਹੈ ਬਈ ਜਿਹੜੇ ਚਲੰਤ ਮੁੱਦੇ ਆ ਸਮਾਜ ਦੇ ਉਹਨਾਂ ਦੇ ਉੱਪਰ ਤੁਹਾਨੂੰ ਨਵੀਂ ਤੋਂ ਨਵੀਂ ਜਾਣਕਾਰੀ ਦੇ ਕੇ ਅਪਡੇਟ ਕੀਤਾ ਜਾਵੇ ਤੇ ਜਿਹੜੇ ਨਵੇਂ ਮੁੱਦੇ ਆ ਅਣਛੋਹੇ ਮੁੱਦੇ ਆ ਉਹਨਾਂ ਨੂੰ ਛੋਹਿਆ ਜਾਵੇ। ਇਸੇ ਹੀ ਤਰ੍ਹਾਂ ਦਾ ਇੱਕ ਅਣਛੋਹਿਆ ਮੁੱਦਾ ਲੈ ਕੇ ਸਾਡੇ ਸਟੂਡੀਓ ਦੇ ਵਿੱਚ ਜਿਹੜੇ ਦੋ ਗੈਸਟ ਮੌਜੂਦ ਨੇ, ਗੈਸਟ ਆ ਜਿਹੜੇ ਉਹਨਾਂ ਦੇ ਕੋਲ ਆਪਾਂ ਫੇਰ ਚੱਲਦੇ ਹਾਂ। ਪਰ ਪਹਿਲਾਂ ਮੈਂ ਤੁਹਾਨੂੰ ਥੋੜੀ ਜਿਹੀ ਜਾਣਕਾਰੀ ਦੇ ਦਿਆਂ ਬਈ ਆਪਣੇ ਸਮਾਜ ਦੇ ਵਿੱਚ ਅਕਸਰ ਹੁੰਦਾ ਜਾਂ ਕੈਨੇਡੀਅਨ ਕਲਚਰ ਦੇ ਵਿੱਚ ਦੇਖ ਲਈਏ ਬਈ ਸਾਰੇ ਜਣੇ ਘਰ ਦੇ ਜਿਹੜੇ ਕੰਮ ਕਰਦੇ ਆ ਤਾਂ ਅਜਿਹੇ ਦੇ ਵਿੱਚ ਜੇਕਰ ਘਰ ਦੇ ਵਿੱਚ ਕੋਈ ਬਜ਼ੁਰਗ ਹੈ ਤਾਂ ਉਹਨਾਂ ਨੂੰ ਸਹਾਇਤਾ ਦੀ ਲੋੜ ਹੁੰਦੀ ਹੈ ਜਿਹੜੀ ਘਰ ਦੇ ਮੈਂਬਰ ਨਹੀਂ ਪ੍ਰੋਵਾਈਡ ਕਰਵਾ ਸਕਦੇ, ਜਾਂ ਫਿਰ ਰੱਬ ਨਾ ਕਰੇ ਕੋਈ ਅਜਿਹੀ ਸਮੱਸਿਆ ਘਰ ਦੇ ਵਿੱਚ ਆ ਜਾਵੇ, ਕੋਈ ਨਾ ਕੋਈ ਘਰ ਦਾ ਪਰਿਵਾਰਕ ਮੈਂਬਰ ਹੈ ਜਿਹੜਾ ਉਹ ਬਿਮਾਰ ਹੋ ਜਾਵੇ ਤਾਂ ਅਜਿਹੇ ਦੇ ਵਿੱਚ ਸਥਿਤੀ ਹੈ ਜਿਹੜੀ ਉਹ ਹੋਰ ਵੀ ਔਖੀ ਹੋ ਜਾਂਦੀ ਹੈ। ਬਿਮਾਰ ਬੰਦਾ ਜਿਹੜਾ ਉਹਦੀ ਕੇਅਰ ਦੇ ਲਈ ਆਪਾਂ ਨੂੰ ਪਰਸਨਲ ਸਪੋਰਟ ਵਰਕਰਸ ਜਾਂ ਜਿਹੜੇ ਕੇਅਰ ਗਿਵਰਸ ਹੈ ਉਹਨਾਂ ਦੀ ਲੋੜ ਪੈਂਦੀ ਹੈ। ਤਾਂ ਅਜਿਹੀ ਕਮਿਊਨਿਟੀ ਨੂੰ ਇੱਕ ਜਿਹੜੀ ਸੇਵਾ ਮੁਹੱਈਆ ਕਰਵਾ ਰਹੀ ਸੰਸਥਾ ਹੈ ਉਹਦਾ ਨਾਮ ਹੈ ਜੀ HomeCare4U। ਸੋ HomeCare4U ਤੋਂ ਸਾਡੇ ਕੋਲ ਅਬਦੁਲ ਕਾਦਰ ਨਾਨੀ ਜੀ ਜਿਹੜੇ MD ਹੈ ਤੇ ਉਸ ਦੇ ਨਾਲ ਗੁਰਪ੍ਰੀਤ ਕੌਰ ਜੀ ਜਿਹੜੇ ਆਪਰੇਸ਼ਨਸ ਡਾਇਰੈਕਟਰ ਹੈ ਉਹ ਸਾਡੇ ਨਾਲ ਮੌਜੂਦ ਨੇ ਜੀ। ਉਹਨਾਂ ਦਾ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਜੀ। ਸਵਾਗਤ ਹੈ ਤੁਹਾਡਾ ਸਟੂਡੀਓ ਦੇ ਵਿੱਚ ਸਭ ਤੋਂ ਪਹਿਲਾਂ। ਥੈਂਕ ਯੂ ਸੋ ਮਚ। ਓਕੇ, ਸਭ ਤੋਂ ਪਹਿਲਾਂ ਜੇ ਮੈਂ ਤੁਹਾਡੇ ਤੋਂ ਸਵਾਲ ਪੁੱਛਾਂ ਜੀ HomeCare4U, ਸਭ ਤੋਂ ਪਹਿਲਾਂ ਗੁਰਪ੍ਰੀਤ ਜੀ ਤੁਸੀਂ ਦੱਸੋ ਵੀ HomeCare4U ਸੰਸਥਾ ਹੈ ਇਹ ਕਿਵੇਂ ਹੋਂਦ ਵਿੱਚ ਆਈ, ਕੀ ਤੁਸੀਂ ਸਰਵਿਸਿਜ਼ ਦਿੰਦੇ ਹੋ? ਸੋ HomeCare4U ਅਸੀਂ ਸਟਾਰਟ ਇਸ ਤਰ੍ਹਾਂ ਕੀਤਾ ਕਿ ਜਿਸ ਤਰ੍ਹਾਂ ਅਸੀਂ ਦੇਖਿਆ ਆਪਣੀ ਕਮਿਊਨਿਟੀ 'ਚ ਗੈਪ ਕਿ ਅੱਜ ਕੱਲ੍ਹ ਬਹੁਤ ਬਿਜ਼ੀ ਹੋਣ ਕਰਕੇ ਸਾਰਿਆਂ ਨੂੰ ਆਪਣੇ ਜਿੱਦਾਂ ਡੈਟਸ ਵੀ ਕਲੀਅਰ ਕਰਨੇ ਹੁੰਦੇ ਆ, ਕੰਮ ਜ਼ਿਆਦਾ ਕਰਨਾ ਪੈਂਦਾ ਤੇ ਜਿਹੜੇ ਸਾਡੇ ਬਜ਼ੁਰਗ ਆ ਉਹ ਘਰ ਦੇ ਵਿੱਚ ਇਕੱਲੇ ਰਹਿ ਰਹੇ ਨੇ, ਉਹਨਾਂ ਨੂੰ ਕੇਅਰ ਦੀ ਲੋੜ ਆ। ਸਟਾਰਟ ਸਾਡਾ ਵਿਜ਼ਨ ਅਸੀਂ ਉਹ ਤੋਂ ਸਟਾਰਟ ਕੀਤਾ ਕਿ ਸਾਡੇ ਆਪਣੇ ਬਜ਼ੁਰਗ ਆ ਉਹਨਾਂ ਦੀ ਅਸੀਂ ਹੈਲਪ ਵੀ ਕਰ ਸਕੀਏ ਤੇ ਸਾਡਾ ਉਹਦੇ ਨਾਲ ਹੀ ਇੱਕ ਬਿਜ਼ਨਸ ਵੀ ਸਟਾਰਟ ਹੋ ਸਕੇ। ਐਂਡ ਇਸ ਤਰੀਕੇ ਨਾਲ ਅਸੀਂ ਸਟਾਰਟ ਕੀਤਾ ਤੇ HomeCare4U ਦੇ ਵਿੱਚ ਫੁੱਲ ਫਲੈਜ ਅਸੀਂ ਸਾਰੀਆਂ ਸਰਵਿਸਿਜ਼ ਪ੍ਰੋਵਾਈਡ ਕਰਦੇ ਹਾਂ ਹੈਲਥ ਕੇਅਰ ਦੀਆਂ। ਇੱਕ ਨਰਸ ਤੋਂ ਲੈ ਕੇ ਕੇਅਰ ਗਿਵਰ ਤੱਕ ਸਾਰੀਆਂ ਸਰਵਿਸਿਜ਼ ਉਹ ਤੁਹਾਨੂੰ ਘਰ 'ਚ ਪ੍ਰੋਵਾਈਡ ਕਰਦੇ ਆ। ਅੱਛਾ ਜੀ, ਠੀਕ ਹੈ। ਅਸੀਂ ਇਹਨੂੰ HomeCare4U ਦੀਆਂ ਸਰਵਿਸਿਜ਼ ਨੂੰ ਦੋ ਕੈਟੇਗਰੀਜ਼ 'ਚ ਡਿਵਾਈਡ ਕੀਤਾ, ਕੇਅਰ ਸਰਵਿਸਿਜ਼ ਤੇ ਸਪੋਰਟ ਸਰਵਿਸਿਜ਼। ਅੱਛਾ ਜੀ। ਸਪੋਰਟ ਸਰਵਿਸਿਜ਼ ਦੇ ਵਿੱਚ ਜਿਸ ਤਰ੍ਹਾਂ ਸਾਡੇ ਬਜ਼ੁਰਗਾਂ ਨੂੰ ਕੰਪੈਨੀਅਨਸ਼ਿਪ ਚਾਹੀਦੀ ਹੈ, ਕੰਪੈਨੀਅਨਸ਼ਿਪ ਦੇ ਵਿੱਚ ਜਿੱਦਾਂ ਘਰ ਵਿੱਚ ਇਕੱਲੇ ਨੇ ਤੇ ਉਹਨਾਂ ਦੀ ਜਾ ਕੇ ਦੇਖਭਾਲ ਕਰਨ, ਉਹਨਾਂ ਨੂੰ ਸ਼ਾਵਰ 'ਚ ਹੈਲਪ ਕਰਨ, ਉਹਨਾਂ ਦੇ ਜਿੱਦਾਂ ਓਰਲ ਕੇਅਰ ਕਰਨੀ, ਬਰਸ਼ ਕਰਨਾ ਹੈ, ਉਹਨਾਂ ਦੇ ਨੇਲਸ ਕੱਟਣੇ ਆ, ਉਹਨਾਂ ਦੀ ਫੁੱਟ ਦੀ ਕੇਅਰ ਕਰਨੀ ਆ, ਉਹ ਸਾਰੀ ਕੇਅਰ ਜਿਹੜੀ ਘਰ ਜਾ ਕੇ ਪ੍ਰੋਵਾਈਡ ਕਰਨ। ਉਸ ਤੋਂ ਇਲਾਵਾ ਹੋਮ ਮੇਕਿੰਗ 'ਚ ਉਹਨਾਂ ਦੀ ਹੈਲਪ ਕਰਨੀ। ਹੋਮ ਮੇਕਿੰਗ ਦੇ ਵਿੱਚ ਕੀ ਬਜ਼ੁਰਗ ਜਿਹੜੇ ਆ ਉਹ ਖਾਣਾ ਬਣਾ ਨਹੀਂ ਸਕਦੇ ਆਪ, ਫਿਰ ਉਹਨਾਂ ਦਾ ਖਾਣਾ ਬਣਾ ਕੇ ਉਹਨਾਂ ਨੂੰ ਖਵਾਉਣਾ ਤੇ ਉਸ ਤੋਂ ਬਾਅਦ ਉਹਨਾਂ ਦੀ ਡਿਸ਼ਿਸ ਕਲੀਨ ਕਰਨੀਆਂ ਸਾਰੀ ਉਹ ਜਿਹੜੀ ਪਰਸਨਲ ਸਪੋਰਟ ਵਰਕਰ ਘਰੇ ਆ ਕੇ ਕਰਨਗੇ। ਉਹਨਾਂ ਦੀ ਹਲਕੀ ਮਾਲਿਸ਼ ਕਰਨੀ। ਉਸ ਤੋਂ ਇਲਾਵਾ ਜਿਹੜੇ ਉਹਨਾਂ ਦੀ ਹਾਊਸਕੀਪਿੰਗ ਦੀ ਜਿਹੜੀ ਹੈਲਪ ਕਰਨੀ ਪੂਰੀ। ਹਾਊਸਕੀਪਿੰਗ ਦੇ ਵਿੱਚ ਜਿੱਦਾਂ ਆ ਜਾਂਦਾ ਆਪਣੇ ਵੈਕਿਊਮ ਕਰ ਦੇਣਾ ਘਰ ਦੇ ਵਿੱਚ, ਸਵੀਪ ਮੋਪ ਕਰਕੇ ਕਿਚਨ ਦੇ ਵਿੱਚ ਕਲੀਨਿੰਗ ਕਰਦੇ। ਤਾਂ ਮੇਨ ਮੋਟਿਵ ਹੈ ਕਿ ਜਿਹੜੇ ਨਹੀਂ ਕੇਅਰ ਕਰ ਸਕਦੇ ਆਪਣੀ ਖੁਦ ਜਿਹੜੇ ਆਪਣੇ ਘਰ ਦੇ ਵਿੱਚ ਹੁੰਦੇ ਆ ਜਾਂ ਕੋਈ ਵੀ ਬੰਦਾ ਉਹਨੂੰ ਸਾਰੀਆਂ ਸਰਵਿਸਿਜ਼ ਘਰ ਦੀ ਸਫਾਈ ਤੋਂ ਲੈ ਕੇ ਪ੍ਰੋਵਾਈਡ ਕੀਤੀਆਂ ਜਾਂਦੀਆਂ HomeCare4U ਦੁਆਰਾ। ਤੇ ਅਬਦੁਲ ਜੀ ਤੁਹਾਡੇ ਤੋਂ ਕੋਲ ਮੈਂ ਆਵਾਂ ਤਾਂ ਤੁਸੀਂ ਦੱਸੋ HomeCare4U ਦੇ, ਕਿਉਂਕਿ ਤੁਸੀਂ ਡਾਇਰੈਕਟਰ ਹੋ, ਤੁਸੀਂ ਇਸ ਕੰਪਨੀ ਦੇ ਕਰਤਾ ਧਰਤਾ ਹੋ ਸਾਰੇ, ਕੀ ਕੰਮ ਕਰਦੀ ਹੈ ਕੰਪਨੀ ਤੇ ਕਿਹੜੀਆਂ ਸਰਵਿਸਿਜ਼ ਹੈ? Sure. So as like Gurpreet has already mentioned, we have quite a breadth of like services. So for example, if we look at nursing care, from the simplest of care services, all the way until end of life care, it's through the entire spectrum. And so that's like, for example, like nursing. Similarly, if we are looking at personal care, we are covering almost every aspect of the personal care for an individual to support them with every aspect of their activities of daily living, be it like, grooming, personal hygiene, all along, be it pericare, oral care, all of that is covered. In addition, most of our services are categorized into two. Those that are given by like the medical professionals. So for example, you'll have a registered massage therapist, you have physiotherapist, you have occupational therapist, you have nurses, and on the other side you have got skilled caregivers who provide support services. So what we have kind of like noticed, there is a huge gap within our community at large, and this gap is provision of care that is culturally competent. So when we talk of culturally competent care, we are looking at
care being provided that is sensitive to the linguistic needs of the individual, language compatibility. So what we have known is, as people age, they have a tendency to relate to their own culture, to their own language. There is a level of comfort that these elders sort of like feel. Depression is a common thing among seniors. Most of it's due to loneliness. So the two big, what we call like the plagues of aging is loneliness and boredom. So here we have caregivers who, they will be a match in terms of like linguistic compatibility, cultural compatibility, where the senior is a lot more comfortable, right? So this is our whole premise of providing care, a wide range of services that is culturally competent. ਜੀ ਬਿਲਕੁਲ, ਇੱਥੇ ਮੈਂ ਤੁਹਾਨੂੰ ਐਡ ਕਰਨਾ ਚਾਹੁੰਦਾ ਕਿਉਂਕਿ ਅਕਸਰ ਹੁੰਦਾ ਵੀ ਆਪਣੀ ਜਿਹੜੀਆਂ ਸਾਊਥ ਏਸ਼ੀਅਨ ਫੈਮਿਲੀਜ਼ ਆ ਉਹਨਾਂ ਦੇ ਵਿੱਚ ਵਾਈਫ ਹੁੰਦੀ ਹੈ ਘਰ ਦੀ, ਉਹ ਸਾਰਿਆਂ ਦੀ ਕੇਅਰ ਕਰਦੀ ਹੈ। Exactly. ਤੇ ਇੱਕ ਗੱਲ ਹੋਰ ਹੈ, ਜਿਹੜੇ ਆਪਣੇ ਬਜ਼ੁਰਗ ਹੁੰਦੇ ਆ ਉਹਨਾਂ ਨੂੰ ਕਈ ਵਾਰੀ ਕਮਿਊਨੀਕੇਸ਼ਨ ਬੈਰੀਅਰਸ ਵੀ ਹੁੰਦੇ ਆ, ਇੰਗਲਿਸ਼ ਨਹੀਂ ਆਉਂਦੀ ਹੁੰਦੀ ਜਾਂ ਸਿਰਫ ਪੰਜਾਬੀ ਬੋਲ ਸਕਦੇ ਜਾਂ ਹਿੰਦੀ ਜਾਂ ਸਿਰਫ ਉਰਦੂ ਬੋਲ ਸਕਦੇ, ਤਾਂ ਤੁਸੀਂ ਉਹਨਾਂ ਦਾ ਕਿੱਦਾਂ ਧਿਆਨ ਰੱਖਦੇ ਹੋ? ਉਹਨਾਂ ਨੂੰ ਉਹਨਾਂ ਦੀ ਭਾਸ਼ਾ ਬੋਲਣ ਵਾਲੇ ਜਿਹੜੇ ਪਰਸਨਲ ਸਪੋਰਟ ਵਰਕਰਸ ਹੈ ਉਹੀ ਮੁਹੱਈਆ ਕਰਵਾਉਂਦੇ ਹੋ? ਹਾਂਜੀ, ਅਸੀਂ ਸਪੈਸ਼ਲੀ ਆਪਣੇ ਸਾਊਥ ਏਸ਼ੀਅਨ ਕਮਿਊਨਿਟੀ ਦੇ ਵਾਸਤੇ ਅਸੀਸ ਕੇਅਰ ਪ੍ਰੋਗਰਾਮ ਤੇ ਅਲ ਹਯਾਤ ਕੇਅਰ ਪ੍ਰੋਗਰਾਮ ਸਟਾਰਟ ਕੀਤਾ ਹੈ। ਉਹਦੇ ਵਿੱਚ ਅਸੀਸ ਕੇਅਰ ਪ੍ਰੋਗਰਾਮ ਦੇ ਵਿੱਚ ਇਸ ਤਰ੍ਹਾਂ ਹੈ ਕਿ ਜਿਸ ਤਰ੍ਹਾਂ ਆਪਣੀ ਪੰਜਾਬੀ ਕਮਿਊਨਿਟੀ ਆ, ਆਪਣੀ ਜਿਹੜੇ ਹਿੰਦੂ ਕਮਿਊਨਿਟੀ ਆ, ਉਹਨਾਂ ਦੀ ਲੈਂਗੁਏਜ ਵਾਲੇ ਕੇਅਰ ਗਿਵਰਸ ਪ੍ਰੋਵਾਈਡ ਕਰਦੇ ਆ। ਉਹਨਾਂ ਲਈ ਬਹੁਤ ਸਪੈਸ਼ਲ ਪ੍ਰੋਗਰਾਮ ਵਿਦ ਡਿਸਕਾਊਂਟਸ, ਸਪੈਸ਼ਲ ਡਿਸਕਾਊਂਟ, ਤਾਂ ਕਿ ਅਸੀਂ ਆਪਣੀ ਕਮਿਊਨਿਟੀ ਨੂੰ ਜ਼ਿਆਦਾ ਬਜਟ ਦੇ ਉੱਤੇ ਵੀ ਆਉਣ ਵਾਲਾ ਹੀ ਆ, ਪਹਿਲਾਂ ਤੁਸੀਂ ਆਪਣਾ ਯਾਦ ਰੱਖੋ। ਠੀਕ ਹੈ। ਫਿਰ ਅਸੀਸ ਕੇਅਰ ਪ੍ਰੋਗਰਾਮ ਦੇ ਵਿੱਚ ਜਿਹੜੇ ਜਿਸ ਤਰ੍ਹਾਂ ਸਾਡੇ ਬਜ਼ੁਰਗ ਆ, ਉਹ ਇੰਗਲਿਸ਼ ਨਹੀਂ ਬੋਲ ਸਕਦੇ ਜਾਂ ਨਹੀਂ, ਕਈ ਵਾਰੀ ਸਮਝ ਨਹੀਂ ਆਉਂਦੇ, ਐਂਡ ਉਸ ਤੋਂ ਇਲਾਵਾ ਵੀ ਉਹ ਜ਼ਿਆਦਾ ਕੰਫਰਟੇਬਲ ਹੁੰਦੇ ਜੇ ਕੋਈ ਆਪਣੀ ਭਾਸ਼ਾ ਦੇ ਵਿੱਚ ਉਹਨਾਂ ਨਾਲ ਗੱਲ ਕਰੇ। ਹਾਂਜੀ, ਉਹਨਾਂ ਦੇ ਲਈ ਉਹ ਉਸ ਫੋਕਸ ਦੇ ਲਈ ਅਸੀਸ ਕੇਅਰ ਪ੍ਰੋਗਰਾਮ ਚਲਾਇਆ ਤਾਂ ਕਿ ਉਹਨਾਂ ਨੂੰ ਕੇਅਰ ਗਿਵਰ ਉਹਨਾਂ ਦੀ ਭਾਸ਼ਾ 'ਚ ਮਿਲ ਸਕਣ। ਜਿਹੜੇ ਡਿਪਰੈਸ਼ਨ ਵਾਲੇ ਪੇਸ਼ੈਂਟ ਆ ਉਹਨਾਂ ਨੂੰ ਕੰਪੈਨੀਅਨਸ਼ਿਪ ਚਾਹੀਦੀ ਹੁੰਦੀ ਆ। ਜੇ ਕੋਈ ਉਹਨਾਂ ਦੀ ਭਾਸ਼ਾ ਵਿੱਚ ਉਹਨਾਂ ਨਾਲ ਗੱਲ ਕਰਦਾ ਹੈ, ਸੋ ਉਹਨਾਂ ਨੂੰ ਐਕਟੀਵਿਟੀਜ਼ 'ਚ ਇੰਗੇਜ ਕਰਦਾ ਹੈ, ਤੇ ਉਹ ਜਲਦੀ ਡਿਪਰੈਸ਼ਨ ਤੋਂ ਬਾਹਰ ਆਉਂਦੇ ਆ। ਹਾਂਜੀ, ਸੌਰੀ, ਮਾਫ ਕਰਨਾ, ਆਪਾਂ ਬਜਟ ਦੇ ਉੱਪਰ ਵੀ ਚੱਲਦੇ ਹਾਂ, ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਦੱਸੋ ਸਾਡੇ ਪਰਿਵਾਰ ਦੇ ਮੈਂਬਰਾਂ ਨੂੰ ਵੀ ਤੁਹਾਨੂੰ ਸੰਪਰਕ ਕਿਵੇਂ ਕੀਤਾ ਜਾ ਸਕਦਾ ਜੇਕਰ ਕਿਸੇ ਨੇ ਇਹ ਸਰਵਿਸਿਜ਼ ਲੈਣੀਆਂ ਹੋਣ ਤਾਂ? ਸੋ ਸਾਨੂੰ ਸੰਪਰਕ ਤੁਸੀਂ 24 ਘੰਟੇ 7 ਦਿਨ ਕਰ ਸਕਦੇ ਹੋ, ਤੇ ਸਾਡਾ ਫੋਨ ਨੰਬਰ ਹੈਗਾ ਹੈ 9052338345। ਸਾਡਾ ਦੂਸਰਾ ਨੰਬਰ ਵੀ ਜਿਹੜਾ ਉਹ ਅਵੇਲੇਬਲ ਹੈ 24/7, ਉਹ ਹੈ 9058378345। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ। ਸਾਡੀ ਵੈਬਸਾਈਟ ਤੇ ਜਾ ਕੇ ਸਾਨੂੰ ਜਿੱਥੋਂ ਵੀ ਚਾਹੋ ਤੁਸੀਂ ਕੰਟੈਕਟ ਕਰ ਸਕਦੇ ਹੋ। 24/7 ਜਿਹੜੀਆਂ ਸਰਵਿਸਿਜ਼ ਅਵੇਲੇਬਲ ਹੈ। ਜੇ ਕੋਈ ਇੰਗਲਿਸ਼ 'ਚ ਗੱਲ ਨਹੀਂ ਕਰ ਸਕਦਾ, ਤੁਸੀਂ ਪੰਜਾਬੀ 'ਚ ਗੱਲ ਕਰਨੀ ਹੈ, ਹਿੰਦੀ 'ਚ ਗੱਲ ਕਰਨੀ ਆ, ਤਾਂ ਵੀ ਉਹ ਤੁਹਾਨੂੰ ਜਿਹੜਾ ਫੋਰਵਰਡ ਕਰਕੇ ਉਸੇ ਵੇਲੇ ਤੁਹਾਨੂੰ ਜਿਹੜੇ ਕੋਆਰਡੀਨੇਟਰ ਪੰਜਾਬੀ 'ਚ ਗੱਲ ਕਰ ਸਕਦੇ, ਹਿੰਦੀ 'ਚ ਗੱਲ ਕਰ ਸਕਦੇ, ਉਹਨਾਂ ਕੋਲ ਫੋਰਵਰਡ ਕਰ ਦੇਣਗੇ ਤਾਂ ਕਿ ਤੁਸੀਂ ਜਿਹੜੀ ਸਰਵਿਸਿਜ਼ ਤੁਹਾਨੂੰ ਚਾਹੀਦਾ ਤੁਸੀਂ ਚੰਗੀ ਤਰ੍ਹਾਂ ਉਹਨਾਂ ਨੂੰ ਸਮਝਾ ਵੀ ਪਾਓ। ਜੀ ਬਿਲਕੁਲ। ਉਸ ਤੋਂ ਬਾਅਦ ਆਪਾਂ ਚੱਲੀਏ ਬਜਟ ਦੇ ਉੱਪਰ। ਮੋਸਟ ਆਫ ਦਾ ਟਾਈਮ ਕੀ ਹੁੰਦਾ ਵੀ ਜਿਹੜੀਆਂ ਇਹੋ ਜਿਹੀਆਂ ਸਰਵਿਸਿਜ਼ ਆ ਬਹੁਤ ਕਾਸਟਲੀ ਹੁੰਦੀਆਂ, ਤਾਂ ਜਿਹੜੀਆਂ ਨਾਰਮਲ ਫੈਮਲੀਜ਼ ਹੈ ਉਹਨਾਂ ਦੇ ਲਈ ਇਹ ਅਫੋਰਡੇਬਲ ਨਹੀਂ ਹੁੰਦੀਆਂ, ਤਾਂ HomeCare4U ਕੀ ਕਰਦਾ ਇਹਨਾਂ ਸਰਵਿਸਿਜ਼ ਨੂੰ ਅਫੋਰਡੇਬਲ ਬਣਾਉਣ ਦੇ ਲਈ? ਸੋ HomeCare4U ਦੇ ਵਿੱਚ ਜਿਸ ਤਰ੍ਹਾਂ ਮੈਂ ਪਹਿਲਾਂ ਮੈਂਸ਼ਨ ਕੀਤਾ ਕਿ ਅਸੀਂ ਅਸੀਸ ਕੇਅਰ ਪ੍ਰੋਗਰਾਮ ਤੇ ਅਲ ਹਯਾਤ ਕੇਅਰ ਪ੍ਰੋਗਰਾਮ ਚਲਾਇਆ, ਉਹਦੇ ਵਿੱਚ ਅਸੀਂ ਵੱਧ ਤੋਂ ਵੱਧ ਡਿਸਕਾਊਂਟਸ ਆਪਣੇ ਕਮਿਊਨਿਟੀ ਨੂੰ ਦਿੰਦੇ ਆ ਤਾਂ ਕਿ ਉਹ ਸਰਵਿਸਿਜ਼ ਲੈ ਸਕਣ, ਜਿਹਦੇ ਵਿੱਚ ਸਾਡੀ ਨੋਨ ਜਿਸ ਤਰ੍ਹਾਂ ਔਨ ਕੋਸਟ ਜਿਹੜੀ ਓਵਰਹੈਡ ਕੋਸਟ ਆ ਉਹ ਕਵਰ ਹੋਣ ਤੋਂ ਬਾਅਦ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਜੇ ਕੋਈ ਅਫੋਰਡੇਬਲ ਕਿਸੇ ਲਈ ਨਹੀਂ ਆ, ਉਹ ਨਹੀਂ ਪੈਸੇ ਪੇ ਕਰ ਸਕਦਾ, ਤੇ ਅਸੀਂ ਔਨ ਕੋਸਟ ਜਿਹੜਾ ਉਹਨਾਂ ਦੇ ਓਵਰਹੈਡ ਕੋਸਟ ਕਵਰ ਕਰਕੇ ਨੋਨ ਪ੍ਰੋਫਿਟ ਵੀ ਹੋਵੇ ਤਾਂ ਵੀ ਅਸੀਂ ਉਹਨਾਂ ਨੂੰ ਸਰਵਿਸ ਦੇ ਸਕੀਏ, ਤਾਂ ਕਿ ਸਾਡੀ ਜਿਹੜੀ ਆਪਣੀ ਕਮਿਊਨਿਟੀ ਨੂੰ ਉਹਨੂੰ ਵੱਧ ਤੋਂ ਵੱਧ ਫਾਇਦਾ ਮਿਲ ਸਕੇ, ਉਹਨਾਂ ਦਾ ਫਾਇਦਾ ਹੋ ਸਕੇ। ਹਾਂਜੀ। ਤੇ ਅਬਦੁਲ ਜੀ, ਤੁਹਾਡੇ ਕੋਲ ਚੱਲੀਏ ਤਾਂ ਆਪਾਂ ਰੀਚ ਕਿੱਥੋਂ ਤੱਕ ਹੈ ਤੁਹਾਡੀ? ਕਿਹੜੇ ਇਲਾਕਿਆਂ ਦੇ ਵਿੱਚ ਤੁਸੀਂ ਇਹ ਸਰਵਿਸਿਜ਼ ਹੈ ਜਿਹੜੀਆਂ ਮੁਹੱਈਆ ਕਰਵਾਉਂਦੇ ਹੋ? ਸਿਰਫ ਬਰੈਂਪਟਨ, ਮਿਸੀਸਾਗਾ, ਪੀਲ ਜਾਂ ਇਸ ਤੋਂ ਬਾਹਰ ਵੀ? No, so we have started out with the Greater Toronto area. So it covers everything all the way from like Hamilton all the way up to Oshawa for now, and north all the way until Barrie. And we are expanding like as our team grows. So right now we have almost like 90 caregivers, and every day our team is growing. So we are hoping that by the end of April we will have at least 200 to 250 caregivers and we have several, like for example in Mississauga we have a team of 15 to 20 caregivers, in Brampton as well. So
we are hoping to expand our reach and hopefully before the end of the year to expand outside Toronto and provide services in other cities as well. ਅੱਛਾ ਜੀ, ਇਸ ਤੋਂ ਬਾਅਦ ਇੱਕ ਮੈਂਟਲ ਹੈਲਥ ਦਾ ਇਸ਼ੂ ਹੈ ਜਿਹੜਾ ਉਹ ਆਪਣੀ ਕਮਿਊਨਿਟੀ ਦੇ ਵਿੱਚ ਬਹੁਤ ਜ਼ਿਆਦਾ ਹੈ, ਕਿਉਂਕਿ ਅਕਸਰ ਇਹ ਪ੍ਰੋਬਲਮ ਹੈ ਜਿਹੜੀ ਇਹਨੂੰ ਅਣਗੌਲਿਆ ਕੀਤਾ ਜਾਂਦਾ ਆਪਣੀ ਕਮਿਊਨਿਟੀ ਦੇ ਵਿੱਚ। ਮੈਂਟਲ ਹੈਲਥ ਇਸ਼ੂਜ਼ ਤੇ ਜ਼ਿਆਦਾ ਧਿਆਨ ਨਹੀਂ ਦਿੱਤਾ ਜਾਂਦਾ। ਤਾਂ ਜਿਹੜੇ ਤੁਹਾਡੇ ਪਰਸਨਲ ਸਪੋਰਟ ਵਰਕਰਸ ਹੁੰਦੇ ਆ ਉਹ ਸਿਰਫ ਫਿਜ਼ੀਕਲ ਅਸਿਸਟੈਂਟ ਪ੍ਰੋਵਾਈਡ ਕਰਦੇ ਆ ਜਾਂ ਮੈਂਟਲ ਹੈਲਥ ਦੇ ਵੀ ਉਹ ਸਪੈਸ਼ਲਿਸਟ ਹੁੰਦੇ ਆ ਉਹਨਾਂ ਨੂੰ ਸਹਾਇਤਾ ਦੇਣ ਦੇ ਲਈ? ਹਾਂਜੀ, ਸੋ HomeCare4U ਵੱਲੋਂ ਅਸੀਂ ਮੈਮਰੀ ਕੇਅਰ ਸਪੈਸ਼ਲ ਜਿਹੜਾ ਕੈਟੇਗਰਾਈਜ਼ ਕੀਤਾ ਹੈ। ਮੈਮਰੀ ਕੇਅਰ ਦੇ ਵਿੱਚ ਸਾਡੇ ਡਿਵੈਲਪਮੈਂਟਲ ਸਪੋਰਟ ਵਰਕਰ, ਪਰਸਨਲ ਸਪੋਰਟ ਵਰਕਰ ਤੇ ਜਿਹੜੇ ਮੈਂਟਲ ਹੈਲਥ ਨਰਸਿਸ ਆ ਜਾਂਦੇ ਆ, ਇਹ ਜਿਸ ਤਰ੍ਹਾਂ ਪੇਸ਼ੈਂਟ ਦੀ ਨੀਡ ਦੇ ਅਕੋਰਡਿੰਗ ਉਹ ਸਰਵਿਸਿਜ਼ ਪ੍ਰੋਵਾਈਡ ਕਰਦੀਆਂ ਤਾਂ ਕਿ ਕੋਈ ਡਿਪਰੈਸ਼ਨ ਹੈ, ਸੀਜ਼ੋਫਰੇਨੀਆ, ਹਰ ਕੋਈ ਉਹਨਾਂ ਨੂੰ ਨਹੀਂ ਹੈਂਡਲ ਕਰ ਸਕਦਾ। ਸੋ ਸਾਡੇ ਜਿਹੜੇ ਕੇਅਰ ਗਿਵਰ ਹੈ ਉਹ ਸਾਰੇ ਟ੍ਰੇਨਡ ਹੁੰਦੇ ਆ ਇਸ ਦੇ ਵਿੱਚ ਤਾਂ ਕਿ ਉਹ ਉਹਨਾਂ ਨੂੰ ਉਸ ਪ੍ਰੋਬਲਮ ਚੋਂ ਬਾਹਰ ਕੱਢ ਸਕਣ, ਉਹਨਾਂ ਨੂੰ ਪ੍ਰੋਪਰ ਕਾਉਂਸਲਿੰਗ ਦੇਣ, ਪ੍ਰੋਪਰ ਕੰਪੈਨੀਅਨਸ਼ਿਪ ਦੇਣ ਤੇ ਉਹਨਾਂ ਦੀ ਨਾਲ ਦੇ ਨਾਲ ਉਹਨਾਂ ਦੀ ਪਰਸਨਲ ਕੇਅਰ ਵੀ ਕਰਨ। ਜੀ ਬਿਲਕੁਲ, ਮਤਲਬ ਜਿਹੜਾ HomeCare4U ਹੈ ਉਹ ਫਿਜ਼ੀਕਲ ਅਸਿਸਟੈਂਟ ਦੇ ਨਾਲ ਮੈਂਟਲ ਹੈਲਥ ਅਸਿਸਟੈਂਟ ਵੀ ਪ੍ਰਦਾਨ ਕਰਦਾ ਹੈ। ਪਰ ਉਸ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਇੱਥੇ ਇੱਕ ਛੋਟਾ ਜਿਹਾ ਕਲਿੱਪ ਜਿਹਦੇ ਵਿੱਚ ਆਪਾਂ ਦੇਖਦੇ ਹਾਂ ਕਿਹੜੀਆਂ ਸਰਵਿਸਿਜ਼ HomeCare4U ਦੁਆਰਾ ਮੁਹੱਈਆ ਕਰਵਾਈਆਂ ਜਾਂਦੀਆਂ। HomeCare4U ਦੇ ਤਜਰਬੇਕਾਰ ਸਿਹਤ ਪੇਸ਼ੇਵਰ ਬਜ਼ੁਰਗਾਂ ਲਈ ਸਿਹਤ ਸੰਬੰਧੀ ਸਹਾਇਤਾ ਦੇਖਭਾਲ ਸੇਵਾਵਾਂ ਪੇਸ਼ ਕਰਦੇ ਹਨ, ਜਿਵੇਂ ਕਿ ਨਰਸਿੰਗ ਕੇਅਰ, ਮੈਮਰੀ ਕੇਅਰ, ਜੀਵਨ ਅੰਤ ਦੀ ਸੰਭਾਲ, ਗੰਭੀਰ ਸੱਟ ਸੰਭਾਲ, ਸਰਜਰੀ ਤੋਂ ਬਾਅਦ ਦੀ ਦੇਖਭਾਲ ਜਾਂ ਥੈਰੇਪੀ ਸੇਵਾਵਾਂ। ਅਸੀਂ ਤੁਹਾਡੀ ਇੱਜ਼ਤ ਅਤੇ ਮਾਣ ਨੂੰ ਕਾਇਮ ਰੱਖਣ ਲਈ ਇਤਬਾਰਯੋਗ ਸੰਵੇਦਨਸ਼ੀਲ ਸਹਾਇਤਾ ਦੇਖਭਾਲ ਸੇਵਾਵਾਂ ਪ੍ਰਦਾਨ ਕਰਨ ਵਿੱਚ ਵਿਸ਼ਵਾਸ ਕਰਦੇ ਹਾਂ। ਅੱਜ ਹੀ ਸਾਡੇ ਨਾਲ ਸੰਪਰਕ ਕਰੋ ਅਤੇ ਚਿੰਤਾ ਮੁਕਤ ਰਹੋ। ਸੋ ਜਿਵੇਂ ਅਸੀਂ ਇੱਥੇ ਕਲਿੱਪ ਦੇ ਵਿੱਚ ਦੇਖਿਆ ਕਿਹੜੀਆਂ ਸਰਵਿਸਿਜ਼ HomeCare4U ਦੁਆਰਾ ਮੁਹੱਈਆ ਕਰਵਾਈਆਂ ਜਾਂਦੀਆਂ, ਤਾਂ ਆਪਾਂ ਫਿਰ ਤੋਂ ਇੱਕ ਵਾਰ ਅਬਦੁਲ ਜੀ ਦੇ ਕੋਲ ਚੱਲਦੇ ਹਾਂ ਤੇ ਉਹਨਾਂ ਤੋਂ ਪੁੱਛਦੇ ਹਾਂ। ਅਬਦੁਲ ਜੀ, ਟੀਮ ਤੁਸੀਂ ਹਾਇਰ ਕਰਦੇ ਹੋ, ਕਿਹੜੇ ਕ੍ਰਾਈਟੇਰੀਆ ਤੁਸੀਂ ਧਿਆਨ ਦੇ ਵਿੱਚ ਰੱਖਦੇ ਹੋ ਟੀਮ ਨੂੰ ਹਾਇਰ ਕਰਨ ਵੇਲੇ? ਕਿਉਂਕਿ ਤੁਹਾਡੇ ਬੰਦੇ ਲੋਕਾਂ ਦੇ ਘਰਾਂ ਦੇ ਵਿੱਚ ਜਾਂਦੇ ਆ ਤਾਂ ਉਹਨਾਂ ਦੇ ਉੱਪਰ ਇੱਕ ਤਰ੍ਹਾਂ ਦੀ ਭਰੋਸੇਯੋਗਤਾ ਨੂੰ ਕਾਇਮ ਰੱਖਣਾ ਤੁਹਾਡੀ ਜ਼ਿੰਮੇਵਾਰੀ ਹੈ। ਤੇ ਇਹਦੇ ਨਾਲ ਹੀ ਮੇਰਾ ਦੂਜਾ ਕੁਐਸਚਨ ਇਹ ਹੈ ਬਈ HomeCare4U ਦੇ ਦੁਆਰਾ ਹੀ ਅਸੀਂ ਕਿਉਂ ਪਰਸਨਲ ਸਪੋਰਟ ਵਰਕਰਸ ਦਾ ਜਿਹੜੇ ਉਹ ਲਈਏ, ਕਿਉਂ ਨਾ ਕੋਈ ਪ੍ਰਾਈਵੇਟ ਬੰਦਾ ਹਾਇਰ ਕਰ ਲਈਏ? ਸੋ ਇਹਦਾ ਤੁਸੀਂ ਸਾਨੂੰ ਜਵਾਬ ਦਿਓ। Sure. So when we are choosing our team, there are many criteria. So for example, we look at their skill level, we look at their experience, and we have a very rigorous hiring process. We make sure that any person who is going to be joining our team has the values that we share. So they have to be compassionate, the values that guide us to provide care. Respect is there, dignity for the elders, patience, humility. Those are the kind of values and attributes we incorporate and try to look for within the team members who are going to be joining us. We ensure we validate all their academic credentials to ensure that they possess the necessary skills. Experience plays a huge role, but at the same time we also do a reference check for them. And the biggest advantage or the most important thing is we make sure that we do a police check for each and every person to make sure that they have a clean record. But end of the day, after everything is done, before any team member comes on board with us, we ask one simple question: would I entrust my mother or father to somebody that I love? Will I be able to trust this person to provide care to my loved one? And we only hire them once our answer is yes, right? Because if somebody is going to be providing or expects us to provide care, they are placing that trust on us, and we cannot risk breaking that trust. So we take that trust as like, in our culture we say like amanat hai. Exactly. So we have to be very careful. And the answer to the second question, the advantages of all going through a home care agency, it could be us, it could be anybody else, as opposed to directly engaging a caregiver. It's because a home care agency, for example, we'll talk a few things. All our support workers are COVID vaccinated. We follow all the guidelines. We ensure that they have all the protective equipment that they are wearing, but more importantly, they are covered by the insurance. So if a caregiver comes to your home, if they hurt themselves or if they hurt you, you do not have to worry about anything.
everything is covered for by the insurance. Now, if you, for example, were to hire a caregiver directly, and if the caregiver gets hurt at your home, you'll have to pay several $100,000 to compensate, and it could run possibly into millions as well, because we live in a very litigation-based society. So there are always advantages of going through a home care agency. You know that you are always protected, you have continuity of care, and the other thing is we always ensure, especially for example, I'll give an example. Koi memory care ka koi patient hai, right? They don't know where the things are in the house, right? You trust the caregiver to come. Anything could go missing, number one, or you can't provide oversight to ensure that the care has actually been provided to your loved one. On our side, we have, you know, the software allows us to know what exactly our caregiver is doing. They have actually logged into the house. It all comes back, like although we are at our office, we are able to see what the caregiver is being able to do. So when they clock in, any service they provide, they have to put everything. There is a checklist. So Gurpreet is there. She is reviewing each and every care plan, and we work with the family. Like, care needs keep on changing of an individual, right? So we work with the family in all that aspect. So there are many advantages of kind of like going through a home care agency as opposed to directly engaging a caregiver. ਜੀ ਬਿਲਕੁਲ, ਇਹ ਤਾਂ ਬਹੁਤ ਵਧੀਆ ਚੀਜ਼ ਹੈ, ਕਿਉਂਕਿ ਤੁਸੀਂ ਨਜ਼ਰ ਰੱਖਦੇ ਹੋ ਵੀ ਕਿਹੜਾ ਬੰਦਾ ਕੀ ਕਰ ਰਿਹਾ, ਇਹ ਤੁਹਾਡੀ ਜ਼ਿੰਮੇਵਾਰੀ ਬਣ ਜਾਂਦੀ ਹੈ। ਕਿਉਂਕਿ ਜੇ ਕੋਈ ਇਕੱਲਾ ਬੰਦਾ ਕੇਅਰ ਕਰਦਾ, ਕਿਸੇ ਨੂੰ ਹਾਇਰ ਕਰਦਾ ਕਿਸੇ ਬੰਦੇ ਨੂੰ, ਤਾਂ ਉਹਦੇ ਉੱਪਰ ਇੱਕ ਆਪਦੇ ਘਰ ਦੇ ਕੰਮਾਂ ਦੇ ਨਾਲ ਨਾਲ ਇੱਕ ਹੋਰ ਜ਼ਿੰਮੇਵਾਰੀ ਆ ਜਾਂਦੀ ਹੈ। ਉਸ ਤੋਂ ਬਾਅਦ ਆਪਾਂ ਚੱਲੀਏ ਪੈਂਡੈਮਿਕ ਵਾਲੇ ਪਾਸੇ। ਪੈਂਡੈਮਿਕ ਦੇ ਦੌਰਾਨ ਕੀ ਐਕਸਪੀਰੀਅੰਸ ਰਿਹਾ ਤੁਹਾਡਾ ਪਰਸਨਲ ਸਪੋਰਟ ਵਰਕਰਸ, ਕਿਉਂਕਿ ਫਰੰਟ ਲਾਈਨ ਵਰਕਰਸ ਹੈ, ਕਿੱਦਾਂ ਤੁਸੀਂ ਪੈਂਡੈਮਿਕ ਦੇ ਦੌਰਾਨ ਇਹ ਸਾਰਾ ਕੁਝ ਹੈਂਡਲ ਕੀਤਾ? ਸੋ ਪੈਂਡੇਮਿਕ ਦੇ ਦੌਰਾਨ ਬਹੁਤ ਸਟ੍ਰਿਕਟ ਰੈਗੂਲੇਸ਼ਨ ਸੀਗੀਆਂ ਸਾਡੇ ਵੱਲੋਂ ਕਿ ਕੋਵਿਡ ਦੀ ਪ੍ਰੀਕਾਸ਼ਨਸ ਦੇ ਲਈ ਸਾਡੇ ਜਿੰਨੇ ਵੀ PSW ਚਾਹੇ ਨਰਸਿਸ ਆ, ਸਾਰੇ EMPLOYEE ਫੁੱਲ ਪ੍ਰੋਟੈਕਟਿਵ ਇਕਵਿਪਮੈਂਟਸ ਜਿਹੜੇ ਆ ਉਹ ਪਾ ਕੇ ਜਾਂਦੇ ਹੁੰਦੇ ਸੀਗੇ। ਤੇ ਸਾਡੀ ਸਕਰੀਨਿੰਗ ਹੁੰਦੀ ਹੈ, ਜਿਸ ਤਰ੍ਹਾਂ ਸੌਫਟਵੇਅਰ ਇਹਨਾਂ ਨੇ ਮੈਂਸ਼ਨ ਕੀਤਾ, ਸੌਫਟਵੇਅਰ ਦੇ ਵਿੱਚ ਸਕਰੀਨਿੰਗ ਹੁੰਦੀ ਹੈ। ਘਰ ਦੇ ਅੰਦਰ ਐਂਟਰ ਕਰਨ ਤੋਂ ਪਹਿਲਾਂ ਜਿਹੜੇ PSW ਆਪਣੇ ਆਪ ਨੂੰ ਸਕਰੀਨ ਕਰਨਗੇ, ਫਿਰ ਜਿਹੜੀ ਪੇਸ਼ੈਂਟ ਦੀ ਸਕਰੀਨਿੰਗ ਹੋਏਗੀ, ਉਸ ਤੋਂ ਬਾਅਦ ਹੀ ਉਹਨੂੰ ਜਿਹੜੀ ਆ ਕੇਅਰ ਪ੍ਰੋਵਾਈਡ ਕੀਤੀ ਜਾਵੇਗੀ। ਉਸ ਤੋਂ ਇਲਾਵਾ ਸਾਡਾ ਸੈਕੰਡ ਟਾਰਗੇਟ ਜਿਹੜਾ PPE ਤੋਂ ਇਲਾਵਾ ਸਾਡਾ ਇਹ ਆ ਕਿ ਜਿਹੜਾ ਕੇਅਰ ਗਿਵਰ ਅਸੀਂ ਇੱਕ ਪੇਸ਼ੈਂਟ ਨੂੰ ਦੇ ਰਹੇ ਹਾਂ, ਉਹ 2 ਪੇਸ਼ੈਂਟਸ ਤੋਂ ਵੱਧ ਜਿਹੜਾ ਕੇਅਰ ਗਿਵਰ ਕਿਸੇ ਤੀਸਰੇ ਪੇਸ਼ੈਂਟ ਕੋਲ ਨਾ ਜਾਵੇ, ਕਿਉਂਕਿ ਘੱਟ ਤੋਂ ਘੱਟ ਕੰਟੈਕਟ ਹੋਏਗਾ, ਘੱਟ ਤੋਂ ਘੱਟ ਰਿਸਕ ਹੋਏਗਾ। ਐਂਡ ਉਹਦੇ ਨਾਲ ਅਸੀਂ PPE ਤਾਂ ਯੂਜ਼ ਕਰ ਹੀ ਰਹੇ ਹਾਂ, ਨਾਲ ਸਕਰੀਨਿੰਗ ਪ੍ਰੋਪਰ ਹੋ ਰਹੀ ਹੈ। ਅੱਛਾ ਜੀ, ਤੇ ਵੈਕਸੀਨ ਹੁਣ ਜਿਵੇਂ ਓਨਟਾਰੀਓ ਦੇ ਵਿੱਚ ਲਗਾਈ ਜਾ ਰਹੀ ਹੈ, ਤਾਂ ਜਿਹੜੇ ਤੁਹਾਡੇ ਕੇਅਰ ਗਿਵਰ ਹੈ ਸਾਰੇ, ਉਹਨਾਂ ਨੂੰ ਵੈਕਸੀਨ ਲੱਗੀ ਹੋਈ ਹੈ ਜਾਂ ਅਜੇ ਲਗਵਾਉਣੀ ਹੈ? ਸਾਰੇ ਜਿਹੜੇ ਸਾਡੇ ਕੇਅਰ ਗਿਵਰ ਆ, ਇਨਕਲੂਡਿੰਗ ਨਰਸਿਸ, ਮਸਾਜ ਥੈਰੇਪਿਸਟ, ਆਕੂਪੇਸ਼ਨਲ ਥੈਰੇਪਿਸਟ, ਫਿਜ਼ੀਓਥੈਰੇਪਿਸਟ ਤੇ ਪਰਸਨਲ ਸਪੋਰਟ ਵਰਕਰ, ਹੋਮ ਕੇਅਰ ਏਡਸ, ਸਾਰੇ ਦੇ ਸਾਰੇ ਵੈਕਸੀਨੇਟਡ ਹੈ। ਅੱਛਾ ਜੀ। ਐਂਡ ਥੋੜਾ ਜਿਹਾ ਸਾਡੇ ਪਰਿਵਾਰ ਦੇ ਮੈਂਬਰਾਂ ਨੂੰ ਆਪਣੀ ਟੀਮ ਦੇ ਬਾਰੇ ਦੱਸੋ। ਤੁਹਾਡੀ ਟੀਮ ਦੇ ਵਿੱਚ ਕਿੱਦਾਂ ਦੇ ਐਕਸਪਰਟਸ ਨੇ, ਕਿਹੜੀਆਂ ਸਰਵਿਸਿਜ਼, ਮਤਲਬ ਕਿੱਦਾਂ ਦੀਆਂ ਸਿਚੁਏਸ਼ਨਸ ਨੂੰ ਉਹ ਹੈਂਡਲ ਕਰਨ ਦੇ ਸਮਰੱਥ ਨੇ? ਅਸੀਂ ਸਟਾਰਟ ਕਰਦੇ ਨਰਸਿੰਗ ਤੋਂ। ਸੋ ਸਾਡੇ ਕੋਲ RPNs ਰਜਿਸਟਰਡ ਪ੍ਰੈਕਟੀਕਲ ਨਰਸਿਸ ਤੇ ਰਜਿਸਟਰਡ ਨਰਸਿਸ ਉਹ ਸਾਡੇ ਕੋਲ ਅਵੇਲੇਬਲ ਨੇ। ਸੋ ਜਿਸ ਤਰ੍ਹਾਂ ਵੂੰਡ ਕੇਅਰ ਚਾਹੀਦੀ, ਕੋਈ ਸੱਟ ਲੱਗ ਗਈ ਆ, ਉਹਦੇ ਵਾਸਤੇ ਘਰੇ ਆ ਕੇ ਕੇਅਰ ਕਰਨੀ, ਖਾਸ ਕਰਕੇ ਕੋਵਿਡ ਦੇ ਟਾਈਮ ਤੇ ਤੁਸੀਂ ਨਹੀਂ ਚਾਹੁੰਦੇ ਕਿ ਤੁਸੀਂ ਬਾਹਰ ਜਾ ਕੇ ਆਪਣੀ ਕੇਅਰ ਕਰਾਓ। ਡਾਕਟਰ ਦੇ ਆਰਡਰ ਤੁਹਾਡੇ ਕੋਲ ਹੈਗੇ ਆ ਆਨਲਾਈਨ। ਸੋ ਜਿਹੜੇ ਨਰਸਿਸ ਘਰੇ ਆ ਕੇ ਵੂੰਡ ਕੇਅਰ ਕਰਦੇ ਆ, ਡਾਇਬਟੀਜ਼ ਦੇ ਲਈ ਡਾਇਬਟਿਕ ਫੁੱਟ ਆ, ਉਹਦੀ ਕੇਅਰ ਘਰੇ ਆ ਕੇ ਫੁੱਟ ਕੇਅਰ ਨਰਸ ਜਿਹੜੀ ਘਰੇ ਆ ਕੇ ਕੇਅਰ ਕਰਨਗੇ। ਉਸ ਤੋਂ ਇਲਾਵਾ ਇੰਜੈਕਸ਼ਨ ਦੇਣੇ ਆ, ਇੰਜੈਕਸ਼ਨ ਵੀ ਤੁਹਾਨੂੰ ਘਰੇ ਆ ਕੇ ਹੀ ਜਿਹੜੇ ਨਰਸਿਸ ਆ ਉਹ ਪ੍ਰੋਵਾਈਡ ਕਰ ਦਿੰਦੇ ਆ, ਤੁਹਾਨੂੰ ਬਾਹਰ ਜਾਣ ਦੀ ਜ਼ਰੂਰਤ ਹੀ ਨਹੀਂ ਪੈਂਦੀ। ਜਿਹੜੇ ਫਿਜ਼ੀਓਥੈਰੇਪਿਸਟ ਆ, ਘਰੇ ਆ ਕੇ ਫਿਜ਼ੀਓਥੈਰੇਪੀ ਦੇ ਸਕਦੇ ਆ। ਆਕੂਪੇਸ਼ਨਲ ਥੈਰੇਪਿਸਟ ਆਪਣੀ ਵਿਜ਼ਿਟ ਕਰਦੇ ਆ। ਮਸਾਜ ਥੈਰੇਪਿਸਟ ਜਿਹੜੇ ਆ, ਮਸਾਜ ਦੀ ਜ਼ਰੂਰਤ ਹੈ ਬਜ਼ੁਰਗਾਂ ਦੇ ਲਈ, ਸੋ ਰਜਿਸਟਰਡ ਮਸਾਜ ਥੈਰੇਪਿਸਟ ਜਿਹੜੇ ਆ ਉਹ ਘਰੇ ਆ ਕੇ ਉਹਨਾਂ ਨੂੰ ਮਸਾਜ ਦੇ ਦਿੰਦੇ, ਉਹਨਾਂ ਨੂੰ ਬਾਹਰ ਜਾਣ ਦੀ ਬਿਲਕੁਲ ਹੀ ਜ਼ਰੂਰਤ ਨਹੀਂ ਪੈਂਦੀ। ਕੋਵਿਡ ਦੇ ਵਿੱਚ ਇਹ ਬਹੁਤ ਵੱਡਾ ਬੈਨੀਫਿਟ ਹੈ ਕਿ ਤੁਹਾਨੂੰ ਘਰੇ ਹੀ ਸਰਵਿਸਿਜ਼ ਮਿਲ ਰਹੀਆਂ, ਐਂਡ ਉਹ ਵੀ ਬਹੁਤ ਚੀਪ ਰੇਟ ਤੇ ਮਿਲ ਰਹੀਆਂ, ਬਹੁਤ ਅਫੋਰਡੇਬਲ ਹੈ, ਤੇ ਤੁਹਾਨੂੰ ਕੋਵਿਡ ਕਰਕੇ ਬਾਹਰ ਵੀ ਨਹੀਂ ਜਾਣਾ ਪੈਂਦਾ ਘਰ ਤੋਂ। ਤੇ ਪਰਸਨਲ ਸਪੋਰਟ ਵਰਕਰ ਜਿਹੜੇ ਆ ਸਾਡੇ ਪਰਸਨਲ, ਜਿਸ ਤਰ੍ਹਾਂ ਤੁਹਾਨੂੰ ਦੱਸਿਆ, ਪਰਸਨਲ ਅਸਿਸਟੈਂਸ ਦੇ ਲਈ, ਪਰਸਨਲ ਕੇਅਰ, ਕੰਪੈਨੀਅਨਸ਼ਿਪ, ਹੋਮ ਮੇਕਿੰਗ ਤੇ ਮੀਲ ਪ੍ਰਿਪਰੇਸ਼ਨ ਦੇ ਲਈ ਉਹ ਪਰਸਨਲ ਸਪੋਰਟ ਵਰਕਰ। ਹੋਮ ਕੇਅਰ ਏਡਸ ਨੇ ਜਿਨ੍ਹਾਂ ਨੂੰ ਕੰਪੈਨੀਅਨਸ਼ਿਪ ਚਾਹੀਦੀ ਆ, ਹਾਊਸਕੀਪਿੰਗ ਦੇ ਵਿੱਚ ਹੈਲਪ ਚਾਹੀਦੀ ਆ, ਫਿਰ ਹੋਮ ਕੇਅਰ ਏਡਸ ਉੱਥੇ ਜਾਂਦੇ ਜਿੱਥੇ ਮੈਡੀਕੇਸ਼ਨ ਦੀ ਜ਼ਰੂਰਤ ਨਹੀਂ ਹੈ, ਉੱਥੇ ਹੋਮ ਕੇਅਰ ਏਡਸ ਵੀ ਪ੍ਰੋਵਾਈਡ ਕਰਦੇ ਆ। ਉਹ ਸਰਵਿਸਿਜ਼ ਤੇ ਚਾਰजेस ਵੀ ਉਹਦੇ ਅਕੋਰਡਿੰਗ ਨੋਮੀਨਲ ਜੇ ਚਾਰजेस ਹੁੰਦੇ ਆ।
ਅੱਛਾ ਜੀ, ਉਸ ਤੋਂ ਬਾਅਦ ਅੱਗੇ ਚੱਲੀਏ। ਜੇ ਕਿਸੇ ਨੇ ਤੁਹਾਨੂੰ ਸੰਪਰਕ ਕਰਨਾ ਹੈ ਇਹਨਾਂ ਸਰਵਿਸਿਜ਼ ਦੇ ਲਈ ਤਾਂ ਇੱਕ ਵਾਰ ਸਾਡੇ ਪਰਿਵਾਰ ਦੇ ਮੈਂਬਰਾਂ ਨਾਲ ਆਪਣਾ ਨੰਬਰ ਤੇ ਵੈਬਸਾਈਟ ਜਾਂ ਜੋ ਵੀ ਈਮੇਲ ਆ ਉਹ ਜ਼ਰੂਰ ਸ਼ੇਅਰ ਕਰੋ। ਸੋ ਸਾਡੀ ਵੈਬਸਾਈਟ ਹੈ www.homecare4u.ca ਤੇ ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@homecare4u.ca ਤੇ ਸਾਡਾ ਨੰਬਰ ਹੈ 24/7 ਅਵੇਲੇਬਲ ਹੈਗਾ 9052338345 ਤੇ ਦੂਸਰਾ ਨੰਬਰ ਹੈਗਾ ਸਾਡਾ 9058378345। ਤੁਸੀਂ 24/7 ਕਾਲ ਕਰ ਸਕਦੇ ਹੋ। ਜੇ ਕੋਈ ਇੰਗਲਿਸ਼ 'ਚ ਗੱਲ ਨਹੀਂ ਕਰ ਸਕਦਾ ਉਹਦੇ ਲਈ ਪੰਜਾਬੀ ਹਿੰਦੀ 'ਚ ਗੱਲ ਕਰਨ ਵਾਲੇ ਕੇਅਰ ਕੋਆਰਡੀਨੇਟਰਸ ਵੀ ਅਵੇਲੇਬਲ ਨੇ, ਉਹ ਤੁਹਾਨੂੰ ਫੋਰਵਰਡ ਕਰ ਦੇਣਗੇ, ਤੁਸੀਂ ਉਹਨਾਂ ਨਾਲ ਗੱਲ ਵੀ ਕਰ ਸਕਦੇ ਹੋ। ਜੀ ਬਿਲਕੁਲ, ਬੜੀ ਵਧੀਆ ਤਰ੍ਹਾਂ ਦਾ ਜਿਹੜਾ ਤੁਸੀਂ ਕੰਮ ਕਰ ਰਹੇ ਹੋ, ਆਪਣੀ ਕਮਿਊਨਿਟੀ ਦੀ ਸੇਵਾ ਕਰ ਰਹੇ ਹੋ, ਕਿਉਂਕਿ ਅਕਸਰ ਇਹਨਾਂ ਗੱਲਾਂ ਦੇ ਬਾਰੇ ਆਪਣੀ ਕਮਿਊਨਿਟੀ ਨੂੰ ਨਹੀਂ ਪਤਾ ਹੁੰਦਾ। ਇਸ ਤੋਂ ਬਾਅਦ ਜੇ ਗੱਲ ਕਰੀਏ, ਕੋਈ ਤੁਹਾਡਾ ਹੋਮ ਕੇਅਰ ਫॉर ਯੂ ਦਾ ਵਰਕਰ ਹੈ, ਕਿਸੇ ਘਰ ਦੇ ਵਿੱਚ ਕੰਮ ਕਰ ਰਿਹਾ, ਉੱਥੇ ਮੈਡੀਕਲ ਐਮਰਜੈਂਸੀ ਹੈ, ਰੱਬ ਨਾ ਕਰੇ ਕਿਸੇ ਨੂੰ ਹਸਪੀਟਲ ਜਾਣਾ ਪਵੇ ਉੱਥੋਂ, ਤਾਂ ਉਹਦੇ ਵਿੱਚ ਵੀ ਤੁਸੀਂ ਅਸਿਸਟ ਕਰਦੇ ਹੋ ਉਹਨਾਂ ਨੂੰ? ਹਾਂਜੀ, ਸਾਡਾ ਇੱਕ ਅਸੀਂ ਪ੍ਰੋਟੋਕੋਲ ਬਣਾਏ ਐਮਰਜੈਂਸੀ ਦੇ ਲਈ। ਜਿਸ ਤਰ੍ਹਾਂ ਕੋਈ ਪੇਸ਼ੈਂਟ ਘਰ ਦੇ ਵਿੱਚ ਕੋਲੈਪਸ ਹੋ ਜਾਂਦਾ ਹੈ, ਫਿਰ ਉਹ ਜਿੰਨੇ ਵੀ ਸਾਡੇ ਜਿਹੜੇ ਕੇਅਰ ਗਿਵਰ ਆ ਉਹਨਾਂ ਦੇ ਕੋਲ CPR ਫਸਟ ਏਡ ਸਰਟੀਫਿਕੇਟ ਹੁੰਦੇ ਆ। ਸੋ ਐਮਰਜੈਂਸੀ ਨੂੰ ਕਾਲ ਵੀ ਉਹ ਖੁਦ ਕਰਦੇ ਨੇ ਤੇ ਉਸ ਤੋਂ ਇਲਾਵਾ ਜਿਹੜਾ ਪੇਸ਼ੈਂਟ ਦੇਖ ਕੇ ਕਿ ਉਹਨਾਂ ਨੂੰ DNR ਸਟੇਟਸ ਯਾਨੀ ਕਿ ਡੂ ਨਾਟ ਰਿਸੈਸਿਟੇਟ ਸਟੇਟਸ, ਕਈ ਪੇਸ਼ੈਂਟ ਆਪਟ ਕਰਦੇ ਆ ਕਿ ਅਸੀਂ ਨਹੀਂ ਚਾਹੁੰਦੇ ਸਾਨੂੰ CPR ਦਿਓ, ਉਹ ਚੈੱਕ ਕਰਕੇ ਉਸ ਤੋਂ ਬਾਅਦ ਜੇ ਕਿਸੇ ਨੇ ਆਪਟ ਨਹੀਂ ਕੀਤਾ ਉਹਨਾਂ ਨੂੰ CPR ਵੀ ਪ੍ਰੋਵਾਈਡ ਕਰਦੇ ਆ। ਉਹਨਾਂ ਦੀ ਫੈਮਿਲੀ ਨੂੰ ਇਨਫੋਰਮ ਕਰਨਾ, ਉਸ ਤੋਂ ਇਲਾਵਾ ਆਫਿਸ ਨੂੰ ਇਨਫੋਰਮ ਕਰਕੇ ਐਮਰਜੈਂਸੀ ਆ ਜਾਂਦੀ ਹੈ। ਟਰਾਂਸਪੋਰਟੇਸ਼ਨ ਸਰਵਿਸਿਜ਼ ਵੀ ਅਵੇਲੇਬਲ ਆ। ਜਿਹੜੇ ਕੇਅਰ ਗਿਵਰ ਆ ਜੇ ਲੋੜ ਪਏ ਤੁਹਾਨੂੰ ਟਰਾਂਸਪੋਰਟੇਸ਼ਨ 'ਚ ਵੀ ਹੈਲਪ ਕਰਨ। ਜਿੰਨੀ ਦੇਰ ਤੱਕ ਪੇਸ਼ੈਂਟ ਦੀ ਜਿਹੜੀ ਕੰਡੀਸ਼ਨ ਆ ਉਹ ਸੋਲਵ ਨਹੀਂ ਹੋ ਜਾਂਦੀ, ਕੇਅਰ ਗਿਵਰ ਜਿਹੜੇ ਆ ਉੱਥੋਂ ਲੀਵ ਨਹੀਂ ਕਰਦੇ। ਅੱਛਾ ਜੀ, ਪ੍ਰੋਪਰ ਉਹਨਾਂ ਦੀ ਜਿੰਨੀ ਦੇਰ ਤੱਕ ਪੇਸ਼ੈਂਟ ਸਟੇਬਲ ਹੋ ਜਾਂਦਾ ਉਸ ਤੋਂ ਬਾਅਦ ਹੀ ਪੇਸ਼ੈਂਟ ਨੂੰ ਲੀਵ ਕਰਦੇ ਆ। ਫੈਮਿਲੀ ਨੂੰ ਉੱਥੇ ਸਾਰਿਆਂ ਨੂੰ ਇਨਫੋਰਮ ਕਰਦੇ, ਸਾਰਾ ਕੰਡੀਸ਼ਨ ਜਿਹੜੀ ਸਬਸਾਈਜ਼ ਹੋਣ ਤੋਂ ਬਾਅਦ ਹੀ ਉਹ ਪੇਸ਼ੈਂਟ ਨੂੰ ਆਪਣੀ ਸ਼ਿਫਟ ਖਤਮ ਕਰਦੇ ਆ ਤੇ ਫਿਰ ਲੀਵ ਕਰਦੇ ਆ। ਅੱਛਾ, ਜਿਹੜੇ ਕੇਅਰ ਗਿਵਰ ਹੁੰਦੇ ਆ ਜੀ ਹੋਮ ਕੇਅਰ ਫॉर ਯੂ ਦੁਆਰਾ ਪ੍ਰੋਵਾਈਡ ਕੀਤੇ ਹੋਏ, ਉਹ ਕਿੱਦਾਂ ਰੋਜ਼ ਲੋਕਾਂ ਦੇ ਘਰਾਂ 'ਚ ਜਾਂਦੇ ਆ ਜਿੱਥੇ ਵੀ ਉਹਨਾਂ ਨੇ ਆਪਣੀਆਂ ਸਰਵਿਸ ਦੇਣੀਆਂ ਹੁੰਦੀਆਂ, ਜਾਂ ਪਰਮਾਨੈਂਟਲੀ ਉੱਥੇ ਜੇ ਕਿਸੇ ਨੂੰ 24 ਘੰਟੇ ਕੇਅਰ ਚਾਹੀਦੀ ਹੈ ਤਾਂ ਉਹ ਵੀ ਮੁਹੱਈਆ ਕਰਵਾ ਸਕਦੇ ਆ? ਹਾਂਜੀ, 24 ਘੰਟੇ ਵੀ ਕੋਈ ਲਿਮਿਟ ਨਹੀਂ ਹੈਗੀ। ਮਿਨੀਮਮ ਇਹ ਕਹਾਂਗੀ ਪਰ ਵਿਜ਼ਿਟ ਮਿਨੀਮਮ 2 ਆਵਰਸ ਤਾਂ ਜ਼ਰੂਰ ਹੋਣ, ਕਿਉਂਕਿ ਇੱਕਦਮ 1 ਘੰਟੇ ਦੇ ਲਈ ਜਾਣਾ ਵੀ ਔਖਾ ਹੋ ਜਾਂਦਾ। ਮਿਨੀਮਮ 2 ਆਵਰਸ ਤੇ ਮੈਕਸਿਮਮ 24 ਆਵਰਸ ਵੀ ਉਹਨਾਂ ਨੂੰ ਸਰਵਿਸਿਜ਼ ਚਾਹੀਦੀਆਂ ਰੇਸ ਦੇ ਲਈ ਇੱਕ ਦਿਨ ਦੇ ਵਿੱਚ, ਤਾਂ ਉਹ ਵੀ ਸਰਵਿਸਿਜ਼ ਅਸੀਂ ਪੂਰੀਆਂ ਪ੍ਰੋਵਾਈਡ ਕਰਦੇ ਹਾਂ। ਬਿਲਕੁਲ, ਬਹੁਤ ਵਧੀਆ ਤੁਸੀਂ ਕੰਮ ਕਰ ਰਹੇ ਹੋ ਕਮਿਊਨਿਟੀ ਦੇ ਲਈ, ਤੇ ਬਹੁਤ ਵਧੀਆ ਜਾਣਕਾਰੀ ਤੁਸੀਂ ਅੱਜ ਸਾਂਝੀ ਕੀਤੀ ਸਾਡੇ ਵਿਊਅਰਸ ਦੇ ਨਾਲ। ਜਾਂਦੇ ਇੱਕ ਵਾਰੀ ਫੋਨ ਨੰਬਰ ਫਿਰ ਤੋਂ ਸ਼ੇਅਰ ਕਰ ਦਿਓ। 9052338345, ਦੂਸਰਾ ਨੰਬਰ ਹੈ 9058378345। ਥੈਂਕ ਯੂ ਗੁਰਪ੍ਰੀਤ ਜੀ, ਥੈਂਕ ਯੂ ਅਬਦੁਲ ਜੀ, ਸਾਡੇ ਸਟੂਡੀਓ ਦੇ ਵਿੱਚ ਆਉਣ ਦੇ ਲਈ, ਤੇ ਸਾਡੇ ਜਿਹੜੀ ਆਪਣੀ ਖਾਸ ਕਰ ਕਮਿਊਨਿਟੀ ਹੈ ਜਿਨ੍ਹਾਂ ਨੂੰ ਇਹਨਾਂ ਸੇਵਾਵਾਂ ਦੇ ਬਾਰੇ ਜਾਣਕਾਰੀ ਨਹੀਂ ਹੁੰਦੀ ਉਹਨਾਂ ਨੂੰ ਇਹ ਜਾਣਕਾਰੀ ਉਹਨਾਂ ਤੱਕ ਪਹੁੰਚਦੀ ਕਰਨ ਦੇ ਲਈ। ਧੰਨਵਾਦ ਜੀ ਤੁਹਾਡਾ ਬਹੁਤ ਧੰਨਵਾਦ ਟਾਈਮ ਦੇਣ ਦੇ ਲਈ, ਤੇ ਤਾਂ ਕਿ ਸਾਡੀ ਕਮਿਊਨਿਟੀ ਨੂੰ ਵੱਧ ਤੋਂ ਵੱਧ ਮਦਦ ਮਿਲ ਸਕੇ, ਇਹ ਮੈਸੇਜ ਕਮਿਊਨਿਟੀ ਤੱਕ ਪਹੁੰਚ ਸਕੇ, ਅਸੀਂ ਆਪਣੀ ਕਮਿਊਨਿਟੀ ਦੀ ਹੈਲਪ ਕਰ ਸਕੀਏ। Exactly, like we have done this for the community, and we really hope that the community can benefit, and we look forward to the community helping us to spread the word, so the word can actually reach to those people who are in need. ਥੈਂਕ ਯੂ ਵੈਰੀ ਮਚ। ਸੋ ਇਹ ਸੀਗੇ ਜੀ ਗੁਰਪ੍ਰੀਤ ਤੇ ਅਬਦੁਲ ਜੀ ਹੋਮ ਕੇਅਰ ਫॉर ਯੂ ਤੋਂ, ਜਿਹੜੇ ਆਪਣੀ ਅੰਦਾਜ਼ ਦੇ ਵਿੱਚ ਕਮਿਊਨਿਟੀ ਦੀ ਸੇਵਾ ਕਰ ਰਹੇ ਆ। ਸੋ ਫਿਰ ਤੋਂ ਕੋਈ ਵੱਖਰਾ ਵਿਸ਼ਾ ਤੇ ਵੱਖਰੀ ਸ਼ਖਸੀਅਤ ਲੈ ਕੇ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਦੇ ਲਈ ਦੇਖਦੇ ਰਹੋ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।